ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਦੇ ਪ੍ਰੇਮੀਆਂ ਵਾਸਤੇ ਇਹ ਖਾਸ ਸੌਗਾਤ ਜਿਹੜੀ ਹੈ ਉਹ ਮੈਂ ਅੱਜ ਆਪ ਨਾਲ ਸਾਂਝੀ ਕਰਨੀ ਹੈ। ਉਹ ਸੌਗਾਤ ਕੀ ਹੈ? ਸਿੱਖ ਕੌਮ ਦੇ ਮਹਾਨ ਵਿਦਵਾਨ ਸੱਜਣ ਗੁਰਮੁਖ ਪਿਆਰੇ ਭਾਈ ਸਾਹਿਬ ਕੇਵਲ ਸਿੰਘ ਜੀ ਨਿਰਦੋਸ਼ ਦੋਸਾਂਝ, ਜਿਨ੍ਹਾਂ ਉੱਤੇ ਮਾਲਕ ਨੇ ਬਹੁਤ ਕਿਰਪਾ ਕੀਤੀ, ਬੜੀ ਬਖਸ਼ਿਸ਼ ਕੀਤੀ ਹੈ ਔਰ ਆਪਣੇ ਸਮੇਂ ਦੇ ਨਾਮਵਰ ਢਾਡੀ ਜਥੇ ਵਿੱਚ ਰਹੇ ਹਨ। ਜਥਾ ਆਪਣਾ ਬਣਾਇਆ ਔਰ ਸਿੱਖੀ ਦਾ ਅਤੇ ਇਤਿਹਾਸ ਦਾ ਪ੍ਰਚਾਰ ਕਰਦੇ ਰਹੇ। ਮਾਲਕ ਨੇ ਉਹਨਾਂ ਨੂੰ ਕਲਮ ਵੀ ਬਖਸ਼ਿਸ਼ ਕੀਤੀ, ਜਿੱਥੇ ਸਟੇਜ ਦੇ ਧਨੀ ਬਣਾਇਆ ਢਾਡੀਆਂ ਦੇ ਤੌਰ 'ਤੇ, ਕੀਰਤਨ ਦੇ ਤੌਰ 'ਤੇ, ਗ੍ਰੰਥੀ ਦੇ ਤੌਰ 'ਤੇ। ਉੱਥੇ ਉਹਨਾਂ ਨੂੰ ਕਲਮ ਵੀ ਹੱਥ 'ਚ ਪਕੜਾਈ ਔਰ ਉਹਨਾਂ ਨੇ ਕਰੀਬ 37 ਕਿਤਾਬਾਂ ਜਿਹੜੀਆਂ ਨੇ ਉਹ ਸਿੱਖ ਕੌਮ ਦੀ ਝੋਲੀ ਵਿੱਚ ਪਾਈਆਂ ਨੇ। ਉਹਨਾਂ ਵਿੱਚ ਵਾਰਤਕ ਵੀ ਹੈ, ਢਾਡੀ ਪ੍ਰਸੰਗ ਵੀ ਹਨ, ਇਤਿਹਾਸਕ ਵੀ ਹਨ ਅਤੇ ਕੁਝ ਗੀਤ ਵੀ ਹਨ ਅਤੇ ਕੁਝ ਬਾਣੀਆਂ ਦੇ ਕਾਵ ਰੂਪ ਵਿੱਚ ਅਰਥ ਕੀਤੇ ਹੋਏ ਨੇ। ਜਿਵੇਂ ਕਿ ਪਿਛਲੇ ਦਿਨੀ ਆਪ ਜੀ ਨੂੰ ਬਾਬਾ ਫਰੀਦ ਜੀ ਦੇ ਸਲੋਕਾਂ ਦੀ ਵਿਚਾਰ ਕਾਵ ਰੂਪ ਰਾਹੀਂ ਗੁਰਮੁਖ ਪਿਆਰਿਆਂ ਦੀ ਕੀਤੀ ਹੋਈ ਬਾਬਾ ਫਰੀਦ ਜੀ ਦੇ ਸਲੋਕਾਂ ਦੇ ਵਿਚਾਰ ਆਪ ਜੀ ਨਾਲ ਦਾਸ ਨੇ ਸਾਂਝੀ ਕੀਤੀ ਹੈ। ਕਈਆਂ ਨੇ ਮੇਰੇ ਚੈਨਲ ਤੋਂ ਸ਼ਰਵਣ ਵੀ ਕੀਤਾ ਹੋਵੇਗਾ ਔਰ ਗੁਰੂ ਪਿਆਰ ਉਸ ਤੋਂ ਬਾਅਦ ਉਹਨਾਂ ਨੇ ਤਾਜ਼ੀ ਪੁਸਤਕ ਜਿਹੜੀ ਹੈ, ਲੇਟੈਸਟ ਜਿਹੜੀ ਪੁਸਤਕ ਹੈ ਉਹ ਜਪ ਦੀ ਬਾਣੀ, ਜਿਹਨੂੰ ਆਪਾਂ ਜਪਜੀ ਸਾਹਿਬ ਕਹਿੰਦੇ ਹਾਂ। ਅਸਲ ਨਾਂ 'ਤੇ ਉਹਦਾ ਜਪ ਸਾਹਿਬ ਹੈ ਅਤੇ ਜਪਜੀ ਅਸੀਂ ਇਕੱਠਾ ਬੋਲ ਦਿੰਦੇ ਹਾਂ, ਜੋ ਕਿ ਬਾਣੀ ਦੇ ਅੰਦਰ ਆਇਆ ਨਾਮ ਜਪ ਹੈ। ਉਹਦੀ ਹੁਣ ਉਹਨਾਂ ਨੇ ਲੇਟੈਸਟ ਕਿਤਾਬ ਜਿਹੜੀ ਕਿ ਉਹ ਰਿਲੀਜ਼ ਕੀਤੀ ਹੈ, ਜਿਹੜੀ ਕਿ ਦਾਸ ਨੂੰ ਉਹਨਾਂ ਨੇ ਕੈਨੇਡਾ ਤੋਂ ਲਾਹੌਰ ਬੁੱਕ ਸ਼ਾਪ ਵਾਲਿਆਂ ਨੂੰ ਫੋਨ ਕਰਕੇ ਕਿਹਾ ਕਿ ਭਾਈ ਦਲੇਰ ਸਿੰਘ ਨੂੰ 5 ਕਿਤਾਬਾਂ ਦੇ ਦਿਓ। ਉਹ ਕਿਤਾਬ ਮੇਰੇ ਹੱਥ ਵਿੱਚ ਆਈ। ਉਹਦੇ ਵਿੱਚੋਂ 16 ਦੀ ਪਵਿੱਤਰ ਬਾਣੀ ਦੀ ਵਿਚਾਰ ਜੋ ਕਾਵ ਰੂਪ ਵਿੱਚ ਨਿਰਦੋਸ਼ ਸਵਰਨ ਕੀਤੀ ਹੋਈ ਹੈ ਉਹ ਮੈਂ ਪਿੱਛੇ ਕੀਤੀ ਹੈ। ਮਨ ਕੀਤਾ ਕਿਉਂ ਨਾ ਹੋਵੇ ਕਿ ਜਪ ਦੀ ਪਵਿੱਤਰ ਬਾਣੀ ਦੀ ਵੀ ਵਿਚਾਰ ਆਪ ਨਾਲ ਸਾਂਝੀ ਕੀਤੀ ਜਾਏ। ਜੋ ਸਿਰਫ ਇੱਕ ਵੰਨਗੀ ਮਾਤਰ 'ਤੇ ਮੈਂ ਪਹਿਲੀਆਂ 5 ਪੌੜੀਆਂ ਜਿਹੜੀਆਂ ਨੇ ਉਹਨਾਂ ਦੀ ਵਿਚਾਰ ਕਾਵ ਰੂਪ ਵਿੱਚ ਕੀਤੀ ਹੋਈ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਜੇ ਆਪ ਹੁਕਮ ਕਰੋਗੇ ਅਤੇ ਫਿਰ ਇਸ ਤੋਂ ਅਗਲੀਆਂ ਪੌੜੀਆਂ ਦੇ ਵਿਚਾਰ ਸਾਂਝੀ ਕਰਾਂਗੇ। ਅੱਜ ਉਹ ਪਹਿਲੀਆਂ 5 ਪੌੜੀਆਂ ਜਿਹੜੀਆਂ ਨਿਰਦੋਸ਼ ਸਭ ਹੋਰਾਂ ਦੀਆਂ ਨੇ ਜਪ ਦੇ 16 ਦੀ ਪਵਿੱਤਰ ਬਾਣੀ ਦੇ ਵਿਚਾਰ ਪ੍ਰਕਾਸ਼ ਕਿਤਾਬ ਵਿੱਚੋਂ ਉਹ ਆਪ ਜੀ ਨੂੰ ਸਾਂਝੀਆਂ ਕਰਨ ਲੱਗਾ ਵਾਂ। ਸਹਿਤ ਪਿਆਰ ਦੇ ਸ਼ਰਵਣ ਕਰਨੀ, ਧਿਆਨ ਨਾਲ ਸ਼ਰਵਣ ਕਰਨੀ। ਜੋ ਇਹ ਪਹਿਲੀ ਪੌੜੀ ਜਿਹੜੀ ਹੈ ਇਹ ਸ਼ੁਰੂ ਹੁੰਦੀ ਹੈ ਅੱਗੇ ਚੱਲ ਕੇ, ਅਤੇ ਜਿਹੜੀ ਆਰੰਭਤਾ ਹੈ ਮੂਲ ਮੰਤਰ ਅਤੇ ਨਾਲ ਪਹਿਲਾ ਸ਼ਲੋਕ ਜਿਹੜਾ ਆ ਸੱਚ ਜੁਗਾ ਸੱਚ ਵਾਲਾ ਹੈ, ਇਹ ਉਹਨਾਂ ਨੇ ਪਹਿਲੇ ਪੰਨੇ ਤੋਂ ਆਰੰਭ ਕੀਤਾ ਹੈ। ਆਓ ਇਹਨੂੰ ਮੈਂ ਪੜ੍ਹ ਕੇ ਆਪ ਜੀ ਨੂੰ ਸਰਵਣ ਕਰਾਉਣਾ ਅਤੇ ਆਪ ਧਿਆਨ ਨਾਲ ਸਰਵਣ ਕਰਨਾ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਸ ਤੋਂ ਅੱਗੇ ਜੋ ਉਹਨਾਂ ਨੇ ਕਾਵ ਰੂਪ ਵਿੱਚ ਅਰਥ ਕੀਤੇ ਹਨ, ਉਹਨਾਂ ਦੀ ਕਲਮ ਤੋਂ ਹੋਏ ਅਰਥ ਆਪ ਸਾਂਝੇ ਕਰੋ ਜੀ। ਇੱਕ ਰਸ ਸਭ ਦੇ ਵਿੱਚ ਵਿਆਪਕ, ਜਿਸ ਦੀ ਹੋਂਦ ਸੰਦੀਵੀ, ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਤਾਂ ਕਿ ਰੂਹ ਹੋਵੇ ਖੀਵੀ। ਉਹ ਨਿਰਭਉ ਤੇ ਵੈਰ ਰਹਿਤ ਹੈ, ਉਸ ਦਾ ਕੋਈ ਨਸਾਨੀ।
ਸਤਿਗੁਰ ਬਖਸ਼ ਸਦਕਾ ਜਿਸਨੂੰ ਜਾਣਨ ਬ੍ਰਹਮ ਗਿਆਨੀ। ਆਕਾਲ ਪੁਰਖ ਦਾ ਸਿਰਜਿਆ ਹੈ ਇਹ ਦਿਸਤਾ ਜਗਤ ਪਸਾਰਾ। ਜਗ ਦੇ ਉਪਜਣ ਤੋਂ ਪਹਿਲਾਂ ਵੀ ਹੈ ਸੀ ਉਹ ਨਿਰੰਕਾਰਾ। ਉਹ ਜੁਗਾਂ ਦੇ ਸ਼ੁਰੂ ਹੋਣ ਤੇ ਪਹਿਲਾਂ ਵੀ ਸੀ ਪਿਆਰਾ। ਹੁਣ ਵੀ ਅੱਗੇ ਹੋਸੀ, ਹੁਣ ਵੀ ਹੈ ਅੱਗੇ ਵੀ ਹੋਸੀ, ਸਾਚਾ ਸਿਰਜਣਹਾਰਾ। ਸੋਚੈ ਸੋਚ ਨ ਹੋਵਈ, ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨ ਹੋਵਗੀ, ਜੇ ਲਾਏ ਰਹਾਂ ਲਿਵਤਾਰ। ਭੁਖਿਆ ਭੁੱਖ ਨ ਉਤਰੇ, ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆਣਪਾਂ ਲੱਖ ਹੋਵੈ, ਤਾਂ ਇੱਕ ਨ ਚੱਲੈ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਤੀਰਥਾਂ ਉੱਪਰ ਜਾ ਕੇ ਭਾਵੇਂ, ਬੇਸ਼ੱਕ ਤੂੰ ਬੇਸ਼ੱਕ ਨਾ ਲੱਖ ਵਾਰੀ। ਤੀਰਥਾਂ ਉੱਪਰ ਜਾ ਕੇ ਭਾਵੇਂ, ਬੇਸ਼ੱਕ ਨਹਾ ਲੱਖ ਵਾਰੀ। ਤਨ ਧੋਤੇ ਮਤ ਮਨ ਸ਼ੁੱਧ ਨ ਹੋਵੇ, ਲਾ ਕੇ ਉਮਰਾਂ ਸਾਰੀ। ਮੂੰਹ ਬੰਦ ਕਰਕੇ ਬੈਠਣ ਦੇ ਨਾਲ, ਮਨੁਆ ਚੁੱਪ ਨਹੀਂ ਬਹਿੰਦਾ। ਇਹ ਤਾਂ ਹਰ ਵੇਲੇ ਹੀ ਅੰਦਰ ਖੌਰੂ ਪਾਉਂਦਾ ਰਹਿੰਦਾ। ਸਭ ਦੁਨੀਆ ਦਾ ਧਨ ਕਰ ਇਕੱਠਾ, ਰੋਣੀ ਰਜਨੀ ਸਜਣਾ। ਜਿਉਂ ਅਗਨੀ ਨੇ ਲੱਕੜੀਆਂ ਦੇ ਨਾਲ ਕਦੇ ਨਹੀਂ ਰਜਣਾ। ਬਾਲਿਆ ਅਕਲ ਲਤੀਫਾ ਤੈਨੂੰ ਇਹ ਗੱਲ ਸਮਝ ਨ ਆ ਗਈ। ਦੁਨੀਆ ਵਿੱਚ ਹੀ ਰਹਿ ਜਾਂਦੀ ਹੈ ਦੁਨੀਆ ਦੀ ਚਤੁਰਾਈ। ਕਿਵੇਂ ਸਦੀਵੀ ਸੱਚ ਦਾ ਸੂਰਜ, ਰੂਹ ਤੇਰੀ ਨਸ਼ਿਆਵੇ। ਕੰਧ ਕੋੜ ਦੀ ਉਸਰੀ ਹੋਈ, ਜਦ ਤੱਕ ਢਹਿ ਨਾ ਜਾਵੇ। 100 ਹੱਥਾ ਰਸ ਗੰਢ ਸਿਰੇ ਤੇ, ਸਿੱਖ ਲੈ ਰਜਾ ਜਗ ਚਰੈਣਾ। ਉਸ ਤੇ ਹੁਮ ਚ ਤੂੰ ਰਹੋ ਰਾਜੀ, ਗੁਰੂ ਨਾਨਕ ਦਾ ਕਹਿਣਾ। ਗਾਵੇ ਕੋ ਤਾਨ ਹੋਵੇ ਕਿਸੈ ਤਾਨ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਜ਼ਰਾ ਖਦੂਰ। ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾ, ਨਾਨਕ ਵਿਗਸੈ ਵੇ ਪਰਵਾ। ਤਾਕਤ ਵਾਲਾ ਵਾਹਿਗੁਰੂ ਨੂੰ ਬੜੀ ਸਮਝ ਕੇ ਗਾਵੇ। ਕੋਈ ਉਸ ਦੀਆਂ ਵੇਖ ਬਖਸ਼ਾਂ ਦਾਤਾਂ ਕਹਿ ਵਡਿਆਵੇ। ਕੋਈ ਵਜ ਚ ਗਾਵੇ ਉਸ ਦੀਆਂ ਸੋਹਣੀਆਂ ਗੁਣ ਵਡਿਆਈਆਂ। ਕੋਈ ਕਠਨ ਕੰਠ ਕਰਦਿਆਂ ਵਿਦਿਆ ਬਾਤ ਰਿਆ ਚੰਗਿਆਈਆਂ। ਕੋਈ ਗਾਉਂਦਾ ਸਾਜ ਉਦੇਹੀਆਂ ਮਿੱਟੀ ਵਿੱਚ ਮਿਲਾਵੇ। ਕੋਈ ਗਾਵੇ ਕੋਈ ਜਿੰਦ ਇੱਕ ਚੋਂ ਕੱਢ ਦੂਜੀ ਦੇਹ ਵਿੱਚ ਪਾਵੇ। ਕੋਈ ਗਾਉਂਦਾ ਕਰਤਾ ਆਪਣੀ ਕਿਰਤ ਦੇ ਵਿੱਚ ਸਮਾਇਆ। ਕੋਈ ਗਾਵੇ ਦੂਰ ਨੇੜੇ ਦਾ ਭੇਦ ਨਹੀਂ ਕਿਸੇ ਪਾਇਆ। ਉਸ ਅਥਾ ਦੀ ਅਜ ਤੱਕ ਕਿਸੇ ਥਾ ਨਹੀਂ ਹੈ ਪਾਈ। ਆਹ ਕਰੋੜਾਂ ਵਾਰੀ ਫਿਰ ਵੀ ਕਹਿ ਨਾ ਸਕੀ ਲੁਕਾਈ। ਥੱਕ ਗਏ ਦਾਤਾਂ ਲੈਣੇ ਵਾਲੇ
ਦੇਵਨ ਹਾਰ ਨਹੀਂ ਥੱਕਿਆ, ਪਰ ਮੇਰਾ ਦਤਾਰ ਦਿੰਦਿਆਂ ਦਾਤਾ ਨਹੀਂ ਜੇ ਅਕਿਆ, ਦਾਤਾ ਨਹੀਂ ਜੇ ਅਕਿਆ। ਖੇਡ ਹੁਕਮ ਦੀ ਵਰਤ ਰਹੀ ਹੈ, ਚੱਲਦਾ ਪਿਆ ਸੰਸਾਰਾ, ਵਿਗਸਰਿਆ ਹੈ ਵੇਖ ਵੇਖ ਕੇ ਉਹ ਸਾਚਾ ਨਿਰੰਕਾਰਾ। ਸਾਚਾ ਸਾਹਿਬ ਸਚ ਨਾਏ, ਭਾਖਿਆ ਭਾਉ ਅਪਾਰ, ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਸੁਨ ਤਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆ, ਸਚੇ ਸਾਹਿਬ ਦੀ ਸਦਾਈ ਕਰਦੇ ਸੱਚਾ ਸਹੋ ਸਹੀ ਨਿਆਉ। ਅਤੀ ਮੁਹੱਬਤ ਬੋਲੀ ਉਸ ਦੀ ਮੈਂ ਬਲਿਹਾਰੇ ਜਾਉ, ਜੀਵ ਹਮੇਸ਼ਾ ਮੰਗਦੇ ਦਾਤਾਂ ਉਸ ਦੇ ਦਰ 'ਤੇ ਆ ਕੇ। ਦਿੰਦਾ ਰਹਿ ਦਤਾਰ ਸਦਾ ਹੀ ਸਤਿਗੁਰ ਕਹਿਣ ਸੁਣਾ ਕੇ, ਉਸ ਦੀ ਦਾਤ ਉਸੇ ਨੂੰ ਅਰਪਣ ਕੰਮ ਕਿਸੇ ਹਮੇ ਨਲ ਕਰੀਏ। ਉਸ ਦੇ ਦਰ ਪ੍ਰਵਾਨ ਹੋ ਜਾਈਏ ਕੀ ਸ਼ੈ ਚਰਣੀ ਧਰੀਐ। ਸੱਚਾ ਸੁੱਚਾ ਪਿਆਰ ਉਸ ਦਾ ਹੋਵੇ ਕਿਵੇਂ ਪ੍ਰਾਪਤ, ਉਸ ਦੇ ਰੰਗ ਵਿੱਚ ਰੰਗਿਆ ਜਾਵਾਂ ਕੈਸੀ ਕਰਾਂ ਇਬਾਦਤ। ਉਸ ਦੀ ਜਾਚ ਜੁੜਨੇ ਦੇ ਲਈ ਉੱਤਮ ਅੰਮ੍ਰਿਤ ਵੇਲਾ, ਉਸ ਦੀ ਜਾਚ ਜੁੜਨੇ ਦੇ ਲਈ ਅੰਤ ਉੱਤਮ ਅੰਮ੍ਰਿਤ ਵੇਲਾ। ਉਦੋਂ ਨ ਮਨ ਵਿੱਚ ਫੁਰਨੇ ਉੱਠਦੇ ਨਾ ਕੋਈ ਹੋਰ ਝਮੇਲਾ, ਉਸ ਦੀ ਨਿੱਗੀ ਜਾਚ ਜੁੜਿਆ ਮਿਲਦਾ ਪ੍ਰੇਮ ਪਟੋਲਾ। ਰੂਹ ਮੇਰੀ ਨੂੰ ਕਰੇ ਸੁਰੱਖਿਅਤ ਬਣ ਕੇ ਪਰਬਤ ਓਲਾ। ਜੋ ਜਨ ਉਸ ਦੀ ਨਜ਼ਰੇ ਚੜ੍ਹ ਕੇ ਜਾਂਦਾ ਹੈ ਨਜ਼ਰ ਆਇਆ, ਕੰਧ ਕੋੜ ਦੀ ਢਹਿ ਜਾਂਦੀ ਹੈ ਮਨ ਜਾਂਦਾ ਹੁਲਸਾਇਆ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਏ ਭਾਵ, ਦੁਖ ਪਰ ਹਰ ਸੋ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਾ ਸਮਾਈ। ਗੁਰ ਈਸ਼ਰ ਗੁਰ ਗੋਰਖ ਬ੍ਰਹਮਾ, ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨ ਜਾਈ। ਮਾਇਆ ਰਹਿਤ ਅਕਾਲ ਪੁਰਖ ਹੈ, ਉੱਚੀ ਸੁੱਚੀ ਹਸਤੀ। ਨਹੀਂ ਕਿਸੇ ਬਣਾਇਆ ਉਸਨੂੰ, ਨਾ ਕੋਈ ਉਸ ਦੀ ਵਸਤੀ। ਜੋ ਵੀ ਉਸ ਦੀ ਜਾਚ ਜੁੜਦਾ ਉਹ ਸਤਿਕਾਰ ਹੈ ਪਾਉਂਦਾ। ਉਸ ਗੁਣਾਂ ਦੇ ਮਾਲਕ ਦੇ ਗੁਣ ਤੂੰ ਵੀ ਰਹੋ ਨਿਤ ਗਾਉਂਦਾ। ਗੁਣ ਗਾਈਏ ਤੇ ਨਾਲੇ ਸੁਣੀਏ, ਮਨ ਵਿੱਚ ਪਿਆਰ ਵਸਾ ਕੇ। ਦੁੱਖ ਦਲਿੱਦਰ ਦੂਰ ਹੋਣਗੇ ਆਤਮ ਰਸ ਸੁਖ ਪਾ ਕੇ। ਰੱਬੀ ਨਾਮ ਗਿਆਨ ਸਦਾ ਹੀ ਮਿਲਦਾ ਗੁਰੂ ਪਿਆਰਾ। ਰੱਬੀ ਨਾਮ ਗਿਆਨ ਸਦਾ ਹੀ ਮਿਲਦਾ ਗੁਰੂ ਦੁਆਰਾ। ਸਰਬ ਵਿਆਪਕ ਵਾਹਿਗੁਰੂ ਦਾ ਵੱਜਦਾ ਫਿਰ ਝਲਕਾਰਾ। ਸ਼ਿਵ ਪਾਰਵਤੀ ਗੋਰਖ ਬ੍ਰਹਮਾ ਸਭ ਕੁਝ ਗੁਰੂ ਹੈ ਮੇਰਾ। ਮੈਂ ਤਾਂ ਕੇਵਲ ਇਹੀ ਸਮਝਾਂ, ਗੁਰ ਬਿਨ ਘੋਰ ਅੰਧੇਰਾ।
हे सतगुरु ऐसो जी बख्शो जो सबनों प्रतिपाले, उस दे नाल प्रीति मेरी निभ जाए जिंद दे नाले। हे सतगुरु ऐसो जी बख्शो जो सबनों प्रतिपाले, उस दे नाल प्रीति मेरी निभ जाए जिंद दे नाले। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅੱਜ ਦੇ ਇਸ ਪਾਠ ਨੂੰ ਸ਼ਰਵਣ ਕਰਨ ਵਾਲਿਆਂ ਦੀ ਸਿਰ 'ਚ ਬੇਨਤੀ ਹੈ ਕਿ ਦਾਸ ਦਾ ਕੁਝ ਦਿਨਾਂ ਤੋਂ ਗਲਾ ਖਰਾਬ ਹੈ, ਜਿਸ ਕਰਕੇ ਕੁਝ ਸ਼ਾਇਦ ਸਹੀ ਢੰਗ ਨਾਲ ਆਪ ਦੀ ਸੇਵਾ ਨਾ ਕਰ ਸਕਿਆ ਹਾਂ, ਪਰ ਫਿਰ ਵੀ ਸਿਆਣੇ ਸੱਜਣ ਜਿਹੜੇ ਨੇ ਉਹ ਸਭ ਕੁਝ ਸਮਝ ਲੈਂਦੇ ਨੇ ਕਿ ਕਿਹੜੀ ਪੰਕਤੀ ਦਾ, ਕਿਹੜੇ ਸ਼ਬਦ ਦਾ ਕੀ ਅਰਥ ਜਿਹੜਾ ਹੈ ਕਿ ਦੁਸਾਂਝ ਸਭ ਹੋਰਾਂ ਨੇ ਕੀਤਾ ਹੈ। ਉਹਨਾਂ ਦੀ ਰਚਨਾ ਜਿਹੜੀ ਹੈ ਨਾ, ਵਿਆਖਿਆ ਦੀ ਬਹੁਤ ਹੀ ਸੁਖੈਨ, ਬਹੁਤ ਸੁਖੈਨ। ਥੋੜ੍ਹਾ ਜਿਹਾ ਧਿਆਨ ਦੇਣ ਦੇ ਨਾਲ ਹੀ ਨਾ ਸਾਡੇ ਪੱਲੇ ਬੜਾ ਕੁਝ ਪੈ ਜਾਂਦਾ ਹੈ। ਇਸੇ ਕਰਕੇ ਹੀ ਮੈਂ ਉਹਨਾਂ ਤੋਂ ਆਗਿਆ ਲੈ ਕੇ ਅਤੇ ਇਹ ਕਾਰਜ ਕਰਨਾ ਆਰੰਭ ਕੀਤਾ ਕਿ ਇਹਨੂੰ ਰਿਕਾਰਡ ਕਰ ਦੇਵਾਂ ਤਾਂ ਕਿ ਸੰਗਤਾਂ ਸੁਣ ਸਕਣ, ਆਪਣੇ ਕੋਲ ਵਿਚਾਰ ਜਿਹੜੇ ਨੇ ਉਹਨਾਂ ਨੂੰ ਜਾਣ ਸਕਣ। ਪ੍ਰੇਮੀ ਸੱਜਣਾਂ ਦੇ ਮਨ ਵਿੱਚ ਇੱਕ ਪ੍ਰੇਮ ਪੈਦਾ ਕਰਨ ਵਾਸਤੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਕੇਵਲ ਸਿੰਘ ਜੀ, ਜੋ ਕਿ ਨਿਰਦੋਸ਼ ਦੁਸਾਂਝ, ਉਹਨਾਂ ਦੀ ਰਚਨਾ ਇਸ ਢੰਗ ਨਾਲ ਆਪ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਏਗਾ। ਪਰ ਇੱਕ ਬੇਨਤੀ ਹੈ ਕਿ ਜਿੰਨੇ ਸੁਣਨ ਵਾਲੇ ਇਹ 5 ਪੌੜੀਆਂ ਦਾ ਪਾਠ ਸ਼ਰਵਣ ਕਰਨਗੇ ਉਹ ਮੈਨੂੰ ਆਪਣੀ ਰਾਏ ਜ਼ਰੂਰ ਦੇਣ। ਹਾਂ ਗਿਆਨੀ ਜੀ ਭਾਈ ਅੱਗੋਂ ਕਰਦੇ ਰਹੋ ਜਾਂ ਕਿਸ ਤਰ੍ਹਾਂ ਹੈਗਾ, ਕਿਉਂਕਿ ਤੁਹਾਡਾ ਹੌਸਲੇ ਦੀ ਬਹੁਤ ਜ਼ਰੂਰਤ ਹੈ, ਜਿਸ ਕਰਕੇ ਮਨ ਨੂੰ ਉਤਸ਼ਾਹ ਪੈਦਾ ਹੁੰਦਾ ਹੈ। ਫਿਰ ਆਪਾਂ ਗਲੇ ਦੀ ਪਰਵਾਹ ਨਹੀਂ ਕਰਦੇ, ਸਿਹਤ ਦੀ ਪਰਵਾਹ ਨਹੀਂ ਕਰਦੇ, ਫਿਰ ਤੁਹਾਡੀ ਸੇਵਾ ਵਾਸਤੇ ਸਭ ਕੁਝ ਵਾਰ ਦਿੰਦੇ ਆ। ਕਿਰਪਾ ਕਰਿਓ ਜ਼ਰੂਰ ਜਿਹੜਾ ਆਪਣੇ ਖਿਆਲ ਨੇ ਨਾ ਉਹ ਦਾਸ ਦੇ ਇਸ ਸੁਣੇ ਹੋਏ ਪਾਠ ਦੇ ਥੱਲੇ ਆਪਣੇ ਵੱਲੋਂ ਭੇਜਣ ਦੀ ਕਿਰਪਾ ਕਰਨੀ। ਇਹ ਮੇਰੇ ਵਾਸਤੇ ਤੁਹਾਡਾ ਬਹੁਤ ਵੱਡਾ ਮੋਟੀਵੇਸ਼ਨ ਹੋਵੇਗਾ। ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਕਰੇ। ਪਿਆਰ ਸਹਿ ਸਭ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ